ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਗੁਰੂ ਜੀ 9 ਬਰਸਾਂ ਦੇ ਹੋਏ ਤਾਂ ਜਨੇਊ ਪਾਉਣ ਦੀ ਰੀਤ ਕਰਨ ਵਾਸਤੇ ਮਹਿਤਾ ਕਾਲੂ ਜੀ ਨੇ ਪੁਰੋਹਿਤ ਹਰਦਿਆਲ ਜੀ ਨੂੰ ਬੁਲਾਇਆ। ਸ਼ੁਭ ਮੁਹੂਰਤ ਦੇਖ ਕੇ ਪੁਰੋਹਿਤ ਹਰਦਿਆਲ ਜੀ ਨੇ ਸਾਰੀ ਸਮੱਗਰੀ ਮੰਗਵਾਈ ਅਤੇ ਆਸ ਪੜੋਸ ਦੇ ਭਾਈ ਸਖਾ ਅਤੇ ਜੋ ਬ੍ਰਾਹਮਣ ਰਹਿੰਦੇ ਸਨ ਸਭ ਨੂੰ ਨਿਉਂਦਾ ਦਿੱਤਾ। ਸਭ ਇਕੱਠੇ ਹੋਏ। ਬੇਦੀ ਵੰਸ਼ ਦੇ ਭਾਈ ਅਤੇ ਵੇਦਾਂ ਦੇ ਗਿਆਤਾ ਸਭ ਇਕੱਠੇ ਹੋਏ। ਜਦ ਅਸਥਾਨ ਨੂੰ ਲੇਪਣ ਕਰਕੇ ਅਤੇ ਗੁਰੂ ਜੀ ਇਸ਼ਨਾਨ ਕਰਕੇ ਆ ਬੈਠੇ ਤਾਂ ਇਸ ਤਰ੍ਹਾਂ ਲੱਗਣ ਲੱਗਿਆ ਜਿਵੇਂ ਤਾਰਾ ਮੰਡਲ ਚੰਦਰਮਾ ਸੁਸ਼ੋਭਿਤ ਹੁੰਦਾ ਹੈ। ਜੋ ਪੁਰਾਣੀ ਰੀਤ ਸੀ ਪੁਰੋਹਿਤ ਜੀ ਨੇ ਸਭ ਕਰਵਾਈ ਅਤੇ ਸਭ ਕੁਝ ਸਿਖਾਉਣ ਲੱਗਿਆ। ਸੰਧਿਆ, ਤਰਪਣ, ਸਿਖਾ, ਸੂਤ, ਧੋਤੀ, ਜਨੇਊ, ਮਾਲਾ, ਤਿਲਕ, ਖੱਟ ਕਰਮ ਗੁਰੂ ਜੀ ਨੂੰ ਸਿਖਾਉਣ ਲੱਗਾ। ਤਾਂ ਸਰਬ ਸਮਰੱਥ ਗੁਰੂ ਜੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਹੇ ਪ੍ਰਭੂ ਜੀ, ਇਹ ਜਨੇਊ ਦੇ ਪਾਏ ਤੋਂ ਕੀ ਅਧਿਕਤਾ ਹੁੰਦੀ ਹੈ? ਜਨੇਊ ਪਾਉਣ ਦਾ ਕੀ ਧਰਮ ਹੈ ਅਤੇ ਕਿਹੜੀ ਪਦਵੀ ਮਿਲਦੀ ਹੈ ਅਤੇ ਇਸ ਦੇ ਨਾ ਪਹਿਨਣ ਕਰਕੇ ਕੀ ਬੇਅਦਬੀ ਹੁੰਦੀ ਹੈ? ਤਾਂ ਹਰਦਿਆਲ ਜੀ ਬੋਲੇ, ਇਸ ਜਨੇਊ ਦੇ ਪਹਿਨਣ ਤੋਂ ਬਿਨਾਂ ਪਵਿੱਤਰ ਹੁੰਦਾ ਹੈ ਬੰਦਾ, ਚੌਂਕੇ ਦਾ ਅਧਿਕਾਰੀ ਨਹੀਂ ਹੁੰਦਾ। ਅਤੇ ਜਦੋਂ ਵੇਦਾਂ ਦੀ ਵਿਧੀ ਦੇ ਅਨੁਸਾਰ ਖੱਤਰੀ ਬ੍ਰਾਹਮਣ ਇਸ ਜਨੇਊ ਨੂੰ ਪਹਿਨਦੇ ਹਨ ਤਾਂ ਸਭ ਕਰਮ ਧਰਮ ਦੇ ਅਧਿਕਾਰੀ ਹੁੰਦੇ ਹਨ। ਤਾਂ ਫਿਰ ਗੁਰੂ ਜੀ ਨੇ ਕਿਹਾ, ਸੁਣੋ ਪੰਡਿਤ ਜੀ, ਖੱਤਰੀ ਬ੍ਰਾਹਮਣ ਹੋ ਕੇ ਜਨੇਊ ਗਲ 'ਚ ਪਾ ਕੇ ਫਿਰ ਵੀ ਬੁਰੇ ਕੰਮ ਕਰਨ ਤੋਂ ਨਾ ਟਲੇ ਤਾਂ ਬਾਹਰਲੇ ਧਰਮ ਨੂੰ ਕੀ ਕਰੂਗਾ? ਧਨ ਦਾ ਨਾਸ਼, ਹਿੰਸਾ, ਅਧਰਮ, ਦੁਸ਼ਟਤਾ, ਝੂਠ, ਚੁਗਲੀ ਸਭ ਕੁਛ ਕੀਤਾ ਤਾਂ ਉਹ ਫਿਰ ਖੱਤਰੀ ਬ੍ਰਾਹਮਣ ਨਹੀਂ, ਉਹ ਤਾਂ ਚੰਡਾਲ ਹੈ। ਅੰਤ ਨੂੰ ਜਮਰਾਜ ਗਲ 'ਚ ਰੱਸਾ ਪਾਵੇਗਾ ਤਾਂ ਉਸਨੂੰ ਜਨੇਊ ਪਾ ਕੇ ਕੀ ਫਲ ਮਿਲਿਆ? ਇੱਥੇ ਜੋ ਪਾਪ ਕਰੇਗਾ ਨਰਕ ਹੀ ਭੋਗੇਗਾ। ਜਦ ਇਹ ਵਾਰਤਾ ਗੁਰੂ ਜੀ ਨੇ ਫਰਮਾਈ ਤਾਂ ਜਿੰਨੇ ਲੋਕ ਬੈਠੇ ਸੀ ਹੈਰਾਨ ਹੋ ਗਏ ਅਤੇ ਮਨ ਵਿੱਚ ਸੋਚਣ ਲੱਗੇ, ਹਜੇ ਤਾਂ ਇਹ ਬਾਲਕ ਰੂਪ ਹੈ, ਐਸੀਆਂ ਕੈਸੀਆਂ ਬਾਤਾਂ ਕਰਦਾ ਹੈ। ਤਾਂ ਪੰਡਤ ਨੇ ਕਿਹਾ, ਹੇ ਨਾਨਕ ਜੀ, ਉਹ ਕੌਣ ਸਾ ਜਨੇਊ ਹੈ ਜਿਸ ਜਨੇਊ ਨੂੰ ਪਹਿਨਣ ਕਰਕੇ ਇਸ ਪ੍ਰਾਣੀ ਦਾ ਧਰਮ ਰਹਿੰਦਾ ਹੈ? ਤਾਂ ਗੁਰੂ ਜੀ ਨੇ ਇਹ ਸ਼ਲੋਕ ਫਰਮਾਇਆ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਪਾਡੇ ਘਤ, ਨਾ ਇਹ ਟੁੱਟੇ ਨਾ ਮਲ ਲਗੇ, ਨਾ ਇਹ ਜਲੇ ਨ ਜਾਏ, ਧਨ ਸੂ ਮਾਨਸ ਨਾਨਕਾ, ਜੋ ਗਲ ਚੱਲੇ ਪਾਏ। ਅਤੇ ਗੁਰੂ ਨਾਨਕ ਦੇਵ ਜੀ ਇਸ ਸ਼ਲੋਕ ਦੇ ਰਾਹੀਂ ਫਰਮਾਉਂਦੇ ਹਨ, ਕਹਿੰਦੇ ਹਨ, ਸੁਣੋ ਪੰਡਿਤ ਜੀ, ਇਸ ਦੇਹ ਦਾ ਧਰਮ ਜਨੇਊ ਪਾਏ ਤੋਂ ਇਸ ਤਰ੍ਹਾਂ ਰਹਿੰਦਾ ਹੈ ਜਿਵੇਂ ਜੋ ਦਇਆ ਦੀ ਕਪਾਹ ਅਤੇ ਸੰਤੋਖ ਦਾ ਸੂਤ ਅਤੇ ਸੱਤ ਦਾ ਵੱਟ ਚੜ੍ਹਾਵੇ, ਜਤ ਦੀ ਗੰਢ ਦੇਵੇ ਅਤੇ ਇਸ ਦੇ ਅੰਦਰ ਦਇਆ ਸੰਤੋਖ ਦਾ ਜਨੇਊ ਪਵੇ। ਹੇ ਪੰਡਿਤ ਜੀ, ਇਹ ਕਪਾਹ ਦਾ ਜਨੇਊ ਵੱਟ ਕੇ ਕਿਉਂ ਗਵਾਉਂਦੇ ਹੋ? ਇਹ ਮੇਰੇ ਕੰਮ ਨਹੀਂ। ਇਹ ਕਪਾਹ ਦਾ ਵੱਟਿਆ ਹੋਇਆ ਸੂਤ ਕਿਸੇ ਕੰਮ ਨਹੀਂ, ਜੋ ਅੱਗ ਵਿੱਚ ਪਾਇਆ ਜਲ ਜਾਂਦਾ ਹੈ ਅਤੇ ਗਲ 'ਚ ਪਾਏ ਤੋਂ ਮੈਲ ਲੱਗ ਜਾਂਦੀ ਹੈ, ਪੁਰਾਣਾ ਹੋ ਕੇ ਟੁੱਟ ਜਾਂਦਾ ਹੈ। ਔਰ ਦਇਆ ਸੰਤੋਖ ਜਤ ਸਤ ਦਾ ਜੋ ਜਨੇਊ ਹੈ ਉਸ ਨੂੰ ਨਾ ਕਦੇ ਮੈਲ ਲੱਗਦੀ ਹੈ ਨਾ ਪੁਰਾਣਾ ਹੋ ਕੇ ਟੁੱਟਦਾ ਹੈ। ਇਹ ਪੰਡਿਤ ਜੀ, ਧੰਨ ਹਨ ਉਹ ਲੋਕ ਜਿਨ੍ਹਾਂ ਨੇ ਦਇਆ ਸੰਤੋਖ ਦਾ ਜਨੇਊ ਪਾਇਆ ਹੈ। ਪੰਡਿਤ ਜੀ, ਇਹ ਕਪਾਹ ਦਾ ਜਨੇਊ ਕੁਛ ਨਹੀਂ ਹੈ, ਇਹ ਜਨੇਊ ਅਬ ਝੂਠੇ ਹਨ। ਜੇ ਸੱਚ ਦਾ ਜਨੇਊ ਤੇਰੇ ਪਾਸ ਹੈ ਤਾਂ ਤੂੰ ਮੇਰੀ ਗਲ ਵਿੱਚ ਪਾ ਅਤੇ ਨਹੀਂ ਤਾਂ ਫਿਰ ਨਾ ਪਾ। ਤਾਂ ਪੰਡਿਤ ਜੀ ਨੇ ਕਿਹਾ, ਗੁਰੂ ਨਾਨਕ ਜੀ, ਇਹ ਜਨੇਊ ਅਸੀਂ ਅੱਜ ਨਹੀਂ ਬਣਾਇਆ, ਜੇ ਅਸੀਂ ਬਣਾਇਆ ਹੈ ਤਾਂ ਸਾਨੂੰ ਮਨ੍ਹਾ ਕਰ, ਪਰ ਇਹ ਜਨੇਊ ਤਾਂ ਆਦਿ ਅੰਤ ਤੋਂ ਹੁੰਦਾ ਹੀ ਆਇਆ ਹੈ। ਤਾਂ ਸ਼੍ਰੀ ਗੁਰੂ ਨਾਨਕ ਜੀ ਨੇ ਕਿਹਾ,
हे पंडित जी, ਇਹ ਜਨੇਊ ਤਾਂ ਇੱਥੇ ਹੀ ਰਹਿ ਜਾਵੇਗਾ, ਅੱਗੇ ਨਹੀਂ ਜਾਂਦਾ। ਫਿਰ ਪਾਂਧੇ ਨੇ ਕਿਹਾ, हे ਨਾਨਕ ਜੀ, ਇਹ ਜਨੇਊ ਆਪਣੇ ਆਦ ਅੰਤ ਤੋਂ ਪਹਿਨਦੇ ਆਏ ਹੈ, ਤੂੰ ਕਿਉਂ ਮਨਾ ਕਰਦਾ ਹੈ? ਤਾਂ ਗੁਰੂ ਨਾਨਕ ਦੇਵ ਜੀ ਨੇ ਸ਼ਲੋਕ ਫਰਮਾਇਆ, ਸ਼ਲੋਕ ਚੌਕੜ ਮੁੱਲ ਅਨਾਇਆ, ਬਹਿ ਚੌਂਕੇ ਪਾਇਆ, ਸਿੱਖਾਂ ਕੰਨ ਚੜਾਇਆ, ਗੁਰ ਬ੍ਰਾਹਮਣ ਥੀਆਂ, ਉਹ ਮੂਆ ਉਹ ਝੜ ਪਿਆ, ਵੇਤ ਗਾ ਗਿਆ। ਮਹੱਲਾ ਪਹਿਲਾ। ਲੱਖ ਚੋਰੀਆਂ ਲੱਖ ਯਾਰੀਆਂ, ਲੱਖ ਕੂੜੀਆਂ ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾਲ। ਜਿਸ ਦਾ ਪਰਮਾਰਥ ਗੁਰੂ ਜੀ ਫਰਮਾਉਂਦੇ ਹਨ, ਕਹਿੰਦੇ ਹਨ, ਸੁਣੋ ਪੰਡਿਤ ਜੀ, ਇਹ ਐਵੇਂ ਹੀ ਗੱਲ ਹੈ, ਸਭ ਗੱਲਾਂ ਮਨੁੱਖਾਂ ਦੀਆਂ ਥਾਪੀਆਂ ਹੋਈਆਂ ਹੈ। ਆਪ ਹੀ ਚੌਂਕਾ ਬਣਾਇਆ ਹੈ ਤੇ ਆਪ ਹੀ ਮਨੁੱਖ ਨੂੰ ਚੌਂਕੇ ਵਿੱਚ ਬਿਠਾਇਆ ਗਿਆ ਹੈ। ਆਪ ਹੀ ਮਨੁੱਖ ਨੇ ਬ੍ਰਾਹਮਣ ਨੂੰ ਗੁਰੂ ਕਰਕੇ ਸਮਝਿਆ ਹੈ ਤੇ ਇਸਨੇ ਮੈਨੂੰ ਜਨੇਊ ਪਹਿਨਾਇਆ ਹੈ। ਸੁਣੋ ਪਾਂਧਾ ਜੀ, ਜਦ ਉਹ ਮਨੁੱਖ ਮਰ ਗਿਆ ਤਾਂ ਜਨੇਊ ਵੀ ਜਲ ਗਿਆ ਅਤੇ ਉਹ ਜੀਵ ਵੀ ਜਲ ਗਿਆ। ਸੁਣੋ ਪਾਂਧਾ ਜੀ, ਬ੍ਰਾਹਮਣ ਨੇ ਉਸ ਜਨੇਊ ਨੂੰ ਬਣਾਇਆ ਹੈ ਜੋ ਅਗਲੀ ਦਰਗਾਹ ਵਿੱਚ ਨਾਲ ਨਾ ਚੱਲੇ, ਅਤੇ ਜਿੰਨੀਆਂ ਵਸਤੂਆਂ ਸੰਸਾਰ ਨੇ ਬਣਾਈਆਂ ਹਨ ਸਭ ਇੱਥੇ ਹੀ ਰਹਿ ਜਾਣਗੀਆਂ। ਪਰਮੇਸ਼ਵਰ ਦੀ ਦਰਗਾਹ ਵਿੱਚ ਉਹਨਾਂ ਵਸਤੂਆਂ ਦੀ ਕੋਈ ਸ਼ੋਭਾ ਨਹੀਂ ਹੁੰਦੀ, ਅਤੇ ਜੋ ਵਸਤੂਆਂ ਪਰਮੇਸ਼ਵਰ ਜੀ ਨੇ ਥਾਪੀਆਂ ਹਨ ਉਹ ਸੰਸਾਰ ਨੂੰ ਨਹੀਂ ਚੰਗੀਆਂ ਲੱਗਦੀਆਂ। ਸੁਣੋ ਪੰਡਿਤ ਜੀ, ਸਾਨੂੰ ਤਾਂ ਪਰਮੇਸ਼ਵਰ ਨਾਲ ਮਤਲਬ ਹੈ ਅਤੇ ਤੂੰ ਸਾਨੂੰ ਦੁਨੀਆ ਦੀਆਂ ਗੱਲਾਂ ਸਿਖਾਉਣਾ, ਸੋ ਸਾਡੇ ਕਿਸੇ ਕੰਮ ਨਹੀਂ। ਅਤੇ ਜਿਸਨੇ ਵੀ ਇਹ ਗੱਲਾਂ ਕੰਨਾਂ ਨਾਲ ਸੁਣੀਆਂ ਉਹ ਵਾਹ ਵਾਹ ਕਰਕੇ ਉੱਠੇ ਅਤੇ ਕਹਿਣ ਲੱਗੇ, ਹੇ ਪਰਮੇਸ਼ਵਰ ਜੀ, ਤੁਸੀਂ ਇਸ ਬਾਲਕ 'ਤੇ ਕੀ ਕਿਰਪਾ ਕੀਤੀ ਹੈ। ਤਾਂ ਫਿਰ ਪੰਡਿਤ ਨੇ ਕਿਹਾ, ਹੇ ਨਾਨਕ ਜੀ, ਤੇਰੇ ਜਨੇਊ ਪਾਉਣ ਵਾਸਤੇ ਕਾਲੂ ਜੀ ਨੇ ਇੰਨਾ ਧਨ ਖਰਚਾ ਕੀਤਾ ਅਤੇ ਕਿੰਨੇ ਭਾਈ ਸੰਬੰਧੀ ਇਕੱਠੇ ਹੋਏ ਹਨ। ਜੇ ਤੂੰ ਹੁਣ ਜਨੇਊ ਨਾ ਪਾਵੇਂਗਾ ਤਾਂ ਉਹ ਸਭ ਐਵੇਂ ਹੀ ਜਾਵੇਗਾ ਅਤੇ ਬ੍ਰਾਹਮਣ ਵੇਦ ਪਾਠੀ ਆਏ ਹਨ, ਸਭ ਵਿਰਥੇ ਜਾਣਗੇ ਅਤੇ ਜਿਵੇਂ ਤੇਰੇ ਜੀ ਮੇ ਆਵੇ ਅੱਗੇ ਤੂੰ ਉਵੇਂ ਹੀ ਕਰੋ ਜੀ। ਤਾਂ ਗੁਰੂ ਜੀ ਨੇ ਸ਼ਲੋਕ ਫਰਮਾਇਆ, ਤਗ ਕਪਾਹੋ ਕੱਤੀਐ, ਬਾਹਮਣ ਵੱਟੇ ਆਏ, ਕਹੋ ਬਕਰਾ ਰਿਨ ਖਾਇਆ, ਸਭ ਕੋ ਆਖੈ ਪਾਏ, ਹੋਏ ਪੁਰਾਣਾ ਸੁਟੀਏ, ਵੀ ਫਿਰ ਪਾਈਐ ਹੋਰ, ਨਾਨਕ ਤਗ ਨ ਟੁੱਟਈ, ਜੇ ਤਗ ਹੋਵੇ ਜੋਰ। ਭਾਵ ਗੁਰੂ ਜੀ ਸਮਝਾਉਂਦੇ ਹਨ, ਹੇ ਸਵਾਮੀ ਦੇਵਤਾ, ਤੂੰ ਸਾਡੇ ਗਲ ਵਿੱਚ ਜਨੇਊ ਤਦ ਪਾ ਜੇ ਇਹ ਟੁੱਟੇ ਨਾ। ਜੇ ਜਨੇਊ ਟੁੱਟ ਹੀ ਗਿਆ ਤਾਂ ਜਨੇਊ ਪਾਏ ਦਾ ਕੀ ਗੁਣ ਹੋਇਆ। ਸੁਣੋ ਪੰਡਿਤ ਜੀ, ਇਹ ਧਾਗੇ ਜਿੰਨੇ ਮਰਜ਼ੀ ਵੀ ਪਾਓ ਗਲ ਵਿੱਚ, ਪਰ ਇਹਦੇ ਨਾਲ ਮੁਕਤੀ ਨਹੀਂ ਮਿਲਦੀ। ਤਾਂ ਪੰਡਿਤ ਜੀ ਨੇ ਕਿਹਾ, ਮੈਂ ਤਾਂ ਕਾਲੂ ਤੇਰਾ ਪੁੱਤਰ ਕੋਈ ਦੇਵਤਾ ਹੈ, ਆਪੇ ਹੀ ਜਨੇਊ ਪਾਵੇ ਤਾਂ ਹੈ। ਤਾਂ ਮੈਂ ਤਾਂ ਕਾਲੂ ਜੀ ਨੇ ਕਿਹਾ, ਬੱਚਾ, ਮਹਾਂਪੁਰਖ ਵੀ ਜਗਤ ਦੀ ਚਾਲ ਕਰਦੇ ਆਏ ਹਨ। ਤਾਂ ਗੁਰੂ ਜੀ ਨੇ ਕਿਹਾ, ਜਿਵੇਂ ਤੁਹਾਡੀ ਮਰਜ਼ੀ। ਤਾਂ ਪੰਡਿਤ ਜੀ ਨੇ ਕਿਹਾ, ਹੇ ਨਾਨਕ ਜੀ, ਤੁਸੀਂ ਇਸ ਜਨੇਊ को ਪਵਿੱਤਰ ਕਰੋ। ਤਾਂ ਬਾਬੇ ਨੇ ਜਨੇਊ ਪਾਇਆ। ਤਾਂ ਫਿਰ ਪੰਡਿਤ ਨੇ ਕਿਹਾ, ਹੇ ਨਾਨਕ ਜੀ, ਜੋ ਸੱਚ ਦਾ ਧਾਗਾ ਹੈ ਅਤੇ ਜਿਸ ਵਿੱਚ ਜ਼ੋਰ ਹੈ ਅਤੇ ਮੈਲਾ ਵੀ ਕਦੀ ਨਾ ਹੋਵੇ ਤੇ ਟੁੱਟੇ ਵੀ ਨਾ ਤੇ ਪਰਮੇਸ਼ਵਰ ਦੀ ਦਰਗਾਹ ਵਿੱਚ ਵੀ ਨਾਲ ਪਹੁੰਚੇ, ਸੋ ਧਾਗਾ ਕਹੀਏ। ਤਾਂ ਗੁਰੂ ਜੀ ਨੇ ਉਸ ਸ਼ਲੋਕ ਫਰਮਾਇਆ, ਮਹੱਲਾ ਪਹਿਲਾ। ਨਾਏ ਮੰਨੀਏ ਪਤ ਉਪਜੈ, ਸਾਲਾਹੀ ਸੱਚ ਸੂਤ, ਦਰਗਹਿ ਅੰਦਰ ਪਾਈਐ, ਤਗ ਨ ਟੁੱਟ ਸਪੂਤ। ਭਾਵ ਗੁਰੂ ਜੀ
ਇਹ ਸਮਝਾਉਂਦੇ ਹਨ, ਸੁਣੋ ਪੰਡਿਤ ਜੀ, ਮਨੁੱਖ ਨੂੰ ਇਹ ਚਾਹੀਦਾ ਹੈ ਪਰਮੇਸ਼ਵਰ ਦੀ ਸਿਫਤ ਕਰੇ ਅਤੇ ਸੱਚੇ ਦੇ ਘਰ ਵਿੱਚ ਰਵੇ, ਭਾਵ ਉਹਦੇ ਹੁਕਮ 'ਚ ਰਵੇ, ਸੱਤ ਦੇ ਸੂਤ ਦਾ ਜਨੇਊ ਪਾਵੇ। ਜਿਸ ਜਨੇਊ ਨੂੰ ਸੱਚ ਦਾ ਜੋਰ ਹੈ ਉਹ ਸਦਾ ਅਸਥਿਰ ਹੈ। ਤੇ ਪੰਡਿਤ ਜੀ, परमेश्वर का नाम जपना ਮੰਨਣਾ ਕਪਾਹ ਹੈ। ਸੱਚੀ ਸਲਾਹ ਦਾ ਸੂਤ ਕੱਤ, ਸੱਚੇ ਸਤਿਗੁਰਾਂ ਦੇ ਦਰਬਾਰ ਦਾ ਧਾਗਾ ਪਾ, ਉਹ ਧਾਗਾ ਟੁੱਟਦਾ ਨਹੀਂ। ਐਸਾ ਧਾਗਾ ਪਰਮੇਸ਼ਵਰ ਦੀ ਕਿਰਪਾ ਹੋਏ ਤਾਂ ਹੀ ਇਸ ਜੀਵ ਨੂੰ ਮਿਲਦਾ ਹੈ। ਸਰਬ ਸਥਾਨਾਂ ਤੇ ਇਹ ਨਾਲ ਹੀ ਰਹਿੰਦਾ ਹੈ। ਇਹ ਉਪਦੇਸ਼ ਹਰਦਿਆਲ ਜੀ ਨੇ ਧਾਰਨ ਕੀਤਾ ਅਤੇ ਗੁਰੂ ਨਾਨਕ ਜੀ ਨੂੰ ਧੰਨ ਧੰਨ ਕਿਹਾ। ਤੇ ਨਾਨਕ ਜੀ, ਤੇਰੀ ਮਹਿਮਾ ਤੁਸੀਂ ਹੀ ਜਾਣੋ। ਔਰ ਸਭ ਵੇਦੀ ਵੰਸ਼ ਨੂੰ ਔਰ ਬ੍ਰਾਹਮਣ ਨੂੰ ਭੋਜਨ ਛਕਾਇਆ। ਬੜੇ ਹੀ ਉਤਸ਼ਾਹ ਦੇ ਨਾਲ ਬ੍ਰਾਹਮਣਾਂ ਨੂੰ ਦਕਸ਼ਨਾ ਦਿੱਤੀ। ਆਸ਼ੀਰਵਾਦ ਕਹਿ ਕੇ ਸਭ ਬ੍ਰਾਹਮਣ ਆਪਣੇ ਆਪਣੇ ਘਰ ਨੂੰ ਗਏ। ਸਭ ਜਾਤ ਪਾਤ ਭਾਈ ਜੀ ਵੱਡੇ ਛੋਟੇ ਪ੍ਰਸੰਨ ਹੋਏ ਕਰ ਆਪਣੇ ਆਪਣੇ ਘਰ ਨੂੰ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਮਨ ਪਿਆਰੀ ਸਾਧ ਸੰਗਤ ਜੀ, ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਅਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜਨਮ ਲੈ ਕੇ ਜਨਮ ਤੋਂ ਸਾਖੀ, ਵੱਡੇ ਹੋਣਾ, ਚਮਤਕਾਰ ਦੁਨੀਆ ਤਾਰਨਾ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਥਾਪਨਾ ਤੱਕ ਅਸੀਂ ਇੱਕ ਇੱਕ ਗੁਰੂ ਦੇ ਇੱਕ ਇੱਕ ਚਮਤਕਾਰ, ਉਹਨਾਂ ਦੀ ਜੀਵਨ ਸਾਖੀ ਦੀ ਵੀਡੀਓ ਪਾਵਾਂਗੇ। ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਸ਼ੇਅਰ ਕਰਿਓ। ਅਸੀਂ ਆਪਦੇ ਚੈਨਲ ਤੇ ਡੇਲੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਸਾਖੀ ਅਤੇ ਗੁਰੂਆਂ ਦੀ ਜੀਵਨ ਸਾਖੀ ਨੂੰ 8 ਵਜੇ ਅਪਲੋਡ ਕਰਦੇ ਹਾਂ। ਤਾਂ ਜਿੰਨਾ ਵੀ ਹੋ ਸਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਤੁਹਾਡੇ ਤੇ ਬਰਸਦੀ ਰਹੇ।